ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਅਸੀਂ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਵਾਰ ਫੇਰ ਤੋਂ ਆਪਣੇ ਵਚਨ ਦੇ ਰਾਹੀਂ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਲਗਾਤਾਰ ਪਰਮੇਸ਼ਵਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਦੇ ਰਾਹੀਂ ਆਤਮਿਕ ਯੁੱਧ ਦੇ ਉੱਤੇ ਸਿੱਖਿਆ ਨੂੰ ਪ੍ਰਾਪਤ ਕਰਦੇ ਆ ਰਹੇ ਹਾਂ। ਸਾਨੂੰ ਉਮੀਦ ਹੈ ਕਿ ਹੁਣ ਤੱਕ ਜੋ ਕੁਝ ਵੀ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਉਸ ਤੋਂ ਤੁਹਾਨੂੰ ਬਹੁਤ ਆਤਮਿਕ ਲਾਭ ਮਿਲਿਆ ਹੋਵੇਗਾ। ਦੋਸਤੋ, ਹੁਣ ਤੱਕ ਅਸੀਂ ਜੋ ਸਿੱਖਿਆ ਪ੍ਰਾਪਤ ਕੀਤੀ ਉਸ ਦੇ ਲਈ ਮੁੱਖ ਵਚਨ ਅਫਸੀਆਂ ਦੀ ਪੱਤਰੀ ਦੇ 6 ਅਧਿਆਏ ਵਿੱਚੋਂ ਚੁਣੇ ਗਏ ਸੀ। ਅੱਜ ਵੀ ਅਸੀਂ ਆਤਮਿਕ ਯੁੱਧ ਦੇ ਉੱਤੇ ਹੀ ਆਪਣੀ ਸਿੱਖਿਆ ਨੂੰ ਜਾਰੀ ਰੱਖਾਂਗੇ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਪਰਮੇਸ਼ਰ ਦੇ ਸ਼ਸਤਰ ਬਸਤਰ ਬਾਰੇ ਗੱਲਬਾਤ ਕਰ ਰਹੇ ਸੀ, ਜੋ ਕਿ ਸ਼ੈਤਾਨ ਦਾ ਸਾਹਮਣਾ ਕਰਨ ਦੇ ਲਈ ਬਹੁਤ ਲਾਭਕਾਰੀ ਅਤੇ ਕਾਰਗਰ ਹਨ। ਪਰ ਅੱਜ ਅਸੀਂ ਆਤਮਿਕ ਯੁੱਧ ਦੇ ਦੂਜੇ ਪਹਿਲੂ ਨੂੰ ਦੇਖਾਂਗੇ। ਅੱਜ ਅਸੀਂ ਅੰਦਰੂਨੀ ਯੁੱਧ ਦੇ ਬਾਰੇ ਚਰਚਾ ਕਰਾਂਗੇ। ਉਹ ਯੁੱਧ ਜੋ ਕਿ ਸਾਡੇ ਅੰਦਰ ਹੁੰਦਾ ਹੈ, ਅਤੇ ਗੌਰ ਕਰਾਂਗੇ ਕਿ ਇਹ ਅੰਦਰੂਨੀ ਯੁੱਧ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ। ਇਸ ਦੇ ਲਈ ਅਸੀਂ ਪਰਮੇਸ਼ਰ ਦੀ ਪਵਿੱਤਰ ਬਾਣੀ ਬਾਈਬਲ ਦੇ ਵਿੱਚੋਂ ਗਲਾਤੀਆਂ ਦੀ ਪੱਤਰੀ ਦੇ 5 ਅਧਿਆਏ ਦੀ 16 ਆਇਤ ਤੋਂ ਲੈ ਕੇ 26 ਆਇਤਾਂ ਤੱਕ ਦੇ ਵਚਨਾਂ ਨੂੰ ਚੁਣਿਆ। ਸੋ ਦੋਸਤੋ, ਕੀ ਤੁਸੀਂ ਤਿਆਰ ਹੋ ਇਸ ਨਵੇਂ ਅਧਿਐਨ ਦੀ ਸ਼ੁਰੂਆਤ ਕਰਨ ਦੇ ਲਈ? ਤਾਂ ਫਿਰ ਆਓ ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਅਧਿਐਨ ਡਾਕਟਰ ਡੇਵਿਡ ਜਰਮਾਇਆ ਦੇ ਨਾਲ। ਗਲਾਤੀਆਂ ਦੀ ਪੱਤਰੀ 5 ਅਧਿਆਏ 16 ਤੋਂ ਲੈ ਕੇ 26 ਐਤਾਂ ਵਿੱਚ ਆਤਮਿਕ ਯੁੱਧ ਬਾਰੇ ਜਾਰੀ ਰੱਖਦਿਆਂ ਹੋਇਆਂ ਅਸਲ ਪਵਿੱਤਰ ਯੁੱਧ ਬਾਰੇ ਆਪ ਨੂੰ ਦੱਸਣਾ ਚਾਹਾਂਗਾ। ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ। ਨੰਬਰ 1, ਅੰਦਰੂਨੀ ਯੁੱਧ। ਊੜਾ ਭਾਗ ਸਰੀਰਕ ਕਮਜ਼ੋਰ ਹੈ, ਐੜਾ ਭਾਗ ਸਰੀਰ ਫਜ਼ੂਲ ਹੈ। ਈੜੀ ਭਾਗ ਸਰੀਰ ਯੁੱਧ ਲੜ ਰਿਹਾ ਹੈ, ਸੱਸਾ ਭਾਗ ਸਰੀਰ ਧਾਰਮਿਕਤਾ ਤੋਂ ਬਿਨਾਂ ਹੈ, ਹਾਹਾ ਭਾਗ ਸਰੀਰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਹੈ। ਨੰਬਰ 2, ਅੰਦਰੂਨੀ ਯੁੱਧ ਨੂੰ ਜਿੱਤਣਾ। ਊੜਾ ਭਾਗ ਸਰੀਰ ਨੂੰ ਸਲੀਬ ਦਿਓ, ਐੜਾ ਭਾਗ ਆਤਮਾ ਵਿੱਚ ਹੋ ਕੇ ਚੱਲੋ। ਜੇਕਰ ਆਪ ਨੇ ਆਪਣੇ ਨਾਲ ਬਾਈਬਲ ਬਾਣੀ ਦੀ ਕੋਈ ਕਿਤਾਬ ਲੈ ਕੇ ਆਏ ਹੋ ਅਤੇ ਆਪ ਇਸ ਨੂੰ ਨਵੇਂ ਨੇਮ ਵਿੱਚੋਂ ਗਲਾਤੀਆਂ ਦੀ ਪੱਤਰੀ 5 ਅਧਿਆਏ ਵਿੱਚੋਂ ਕੱਢੋਗੇ, ਮੈਂ ਗਲਾਤੀਆਂ ਦੀ ਪੱਤਰੀ ਉਸ ਦੇ 5 ਅਧਿਆਏ 16 ਐਤ ਤੋਂ ਲੈ ਕੇ ਇਸ ਦੀਆਂ ਕੁਝ ਐਤਾਂ ਤੱਕ ਪੜ੍ਹਨਾ ਚਾਹਾਂਗਾ। ਇਹ ਹਮੇਸ਼ਾ ਹੀ ਮਦਦ ਕਰਦਾ ਹੈ ਜਦੋਂ ਆਪ ਪਰਮੇਸ਼ਰ ਦੀ ਬਾਣੀ ਨੂੰ ਉੱਚੀ ਆਵਾਜ਼ ਵਿੱਚ ਸੁਣ ਰਹੇ ਹੋ ਅਤੇ ਆਪ ਇਸ ਨੂੰ ਆਪਣੇ ਸਾਹਮਣੇ ਖੋਲ੍ਹ ਕੇ ਰੱਖਦੇ ਹੋ। ਇਸ ਤਰ੍ਹਾਂ ਆਪ ਇਸ ਨੂੰ ਸੁਣਦੇ ਹੀ ਨਹੀਂ ਜੋ ਕਿ ਪੜ੍ਹਿਆ ਜਾ ਰਿਹਾ ਹੈ, ਆਪ ਇਸ ਨੂੰ ਅਸਲ ਵਿੱਚ ਦੇਖੋ ਅਤੇ ਇਹ ਤੁਹਾਡੇ ਧਿਆਨ ਆਪਣੇ ਮਨ ਦੇ ਪਰਦੇ ਉੱਤੇ ਲਗਾਉਂਦੇ ਹੋ। ਆਪ ਮੇਰੇ ਨਾਲ ਗਲਾਤੀਆਂ ਦੀ ਪੱਤਰੀ 5 ਅਧਿਆਏ ਉਸ ਦੀ 16 ਐਤ ਤੋਂ ਲੈ ਕੇ ਇਸ ਅਧਿਆਏ ਦੀਆਂ ਅੰਤ ਤੱਕ ਅਸੀਂ ਐਤਾਂ ਨੂੰ ਦੇਖਾਂਗੇ। ਪਰ ਮੈਂ ਆਖਦਾ ਹਾਂ, ਤੁਸੀਂ ਆਤਮਾ ਦੇ ਦੁਆਰਾ ਚੱਲੋ ਤਾਂ ਸਰੀਰ ਦੇ ਵਿਸ਼ਿਆਂ ਨੂੰ ਕਦੇ ਪੂਰਾ ਨਾ ਕਰੋਗੇ, ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ ਹੈ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ। ਕਿਉਂ ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ, ਤਾਂ ਜੋ ਤੁਸੀਂ ਜੋ ਚਾਹੁੰਦੇ ਹੋ ਨਾ ਕਰੋ। ਪਰ ਜੇ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲਦੇ ਹੋ ਤਾਂ ਸ਼ਰ੍ਹਾ ਦੇ ਮਹੱਤਵ ਨਹੀਂ ਹੋ। ਹੁਣ ਸਰੀਰ ਦੇ ਕੰਮ ਤੇ ਪ੍ਰਗਟ ਹਨ। ਉਹ ਇਹ ਹਨ: ਹਰਾਮਕਾਰੀ, ਗੰਦਮੰਦ, ਲੁੱਚਾਪੁਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਪਤਾਂ, ਖਾਰ, ਨਸ਼ੇ, ਬਦਮਸਤੀਆਂ ਅਤੇ ਹੋਰ ਇਹੋ ਜਿਹੇ ਕੰਮ। ਇਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ, ਜਿਵੇਂ ਅੱਗੇ ਵੀ ਆਖਿਆ ਸੀ, ਭਾਈ ਜਿਹੜੇ ਇਹ ਕੰਮ ਕਰਦੇ ਹਨ ਉਹ ਪਰਮੇਸ਼ਰ ਦੇ ਰਾਹ ਦੇ ਅਧਿਕਾਰੀ ਨਹੀਂ ਹੋਣਗੇ। ਪਰ ਆਤਮਾ ਦਾ ਫਲ ਇਹ ਹੈ: ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਯਮ। ਇਹੋ ਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰ੍ਹਾ ਨਹੀਂ ਹੈ। ਅਤੇ ਜਿਹੜੇ ਮਸੀਹ ਯਸੂ ਦੇ ਹਨ, ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚੜ੍ਹਾ ਦਿੱਤਾ ਹੈ। ਜੇ ਅਸੀਂ ਆਤਮਾ ਦੇ ਦੁਆਰਾ ਜਿਉਂਦੇ ਹਾਂ ਤੇ ਆਤਮਾ ਦੇ ਦੁਆਰਾ ਚੱਲੀਏ ਵੀ। ਅਸੀਂ ਫੋਕਾ ਘਮੰਡ ਨਾ ਕਰੀਏ, ਭਾਈ ਇੱਕ ਦੂਏ ਨੂੰ ਖਿਚਾਈਏ ਅਤੇ ਇੱਕ ਦੂਏ ਨਾਲ ਖਾਰ ਖਾਈਏ। ਪਿਛਲੇ ਕਈ ਹਫ਼ਤਿਆਂ ਦੇ ਦੌਰਾਨ ਅਸੀਂ ਉਸ ਯੁੱਧ ਬਾਰੇ ਮਿਲ ਕੇ ਗੌਰ ਕਰ ਚੁੱਕੇ ਹਾਂ ਜਿਸ ਨੂੰ ਵਿਸ਼ਵਾਸੀ ਲੜਦਾ ਹੈ, ਅਤੇ ਉਸ ਸ਼ਸਤਰ ਵਸਤਰ ਬਾਰੇ ਜੋ ਉਸ ਨੂੰ ਉਸ ਦੀ ਸੁਰੱਖਿਆ ਲਈ ਉਪਲਬਧ ਕਰਵਾਇਆ ਗਿਆ ਹੈ। ਉਹ ਯੁੱਧ, ਜਿਵੇਂ ਕਿ ਅਸੀਂ ਇਸ ਦੀ ਰੂਪਰੇਖਾ ਵਿੱਚ ਦੇਖਿਆ ਹੈ, ਇਹ ਇੱਕ ਇਹੋ ਜਿਹਾ ਯੁੱਧ ਸੀ ਜੋ ਕਿ ਸ਼ੈਤਾਨ ਦੇ ਨਾਲ ਲੜਿਆ ਜਾ ਰਿਹਾ ਹੈ। ਇਹ ਤਾਂ ਸ਼ੈਤਾਨ ਦੇ ਵਿਰੁੱਧ ਸੀ ਅਤੇ ਇਸ ਯੁੱਧ ਨੂੰ ਲੜਿਆ ਜਾ ਰਿਹਾ ਹੈ, ਅਤੇ ਇਹ ਸ਼ਸਤਰ ਵਸਤਰ ਸਾਨੂੰ ਉਸ ਦੇ ਹਰੇਕ ਹਮਲੇ ਤੋਂ ਬਚਾਉਣ ਲਈ ਹਨ।
ਇਹ ਬਿਲਕੁਲ ਸਾਫ਼ ਜ਼ਾਹਿਰ ਹੈ, ਜਿਵੇਂ ਕਿ ਆਪ ਬਾਈਬਲ ਦਾ ਅਧਿਐਨ ਕਰਦੇ ਹੋ, ਕਿ ਵਿਸ਼ਵਾਸੀ ਦੇ ਇੱਕ ਨਾਲੋਂ ਵੱਧ ਵੈਰੀ ਹਨ। ਯਹੂਨਾ 3 ਵਿਰੋਧੀਆਂ ਦੀ ਗੱਲ ਕਰਦਾ ਹੈ ਕਿ ਮਸੀਹ ਨੂੰ ਕਮਜ਼ੋਰ ਕਰਦੇ ਹਨ: ਜਗਤ, ਸਰੀਰ ਅਤੇ ਸ਼ੈਤਾਨ। ਅਸੀਂ ਇਸ ਬਾਰੇ ਗੱਲ ਕਰ ਚੁੱਕੇ ਹਾਂ ਕਿ ਸ਼ੈਤਾਨ ਉੱਤੇ ਕਾਬੂ ਕਿਵੇਂ ਪਾਈਦਾ ਹੈ। ਆਪਣੇ ਆਪ ਨੂੰ ਸ਼ਸਤਰਾਂ ਦੇ ਨਾਲ ਲੈਸ ਕਰਨ ਦੇ ਦੁਆਰਾ, ਆਤਮਾ ਦੀ ਤਲਵਾਰ ਨੂੰ ਲੈ ਕੇ, ਜੋ ਕਿ ਪਰਮੇਸ਼ਰ ਦਾ ਵਚਨ ਹਨ, ਅਤੇ ਹਮੇਸ਼ਾ ਪ੍ਰਾਰਥਨਾ ਵਿੱਚ ਲੱਗੇ ਰਹਿਣ ਦੇ ਦੁਆਰਾ। ਆਪ ਦੇਖਦੇ ਹੋ ਕਿ ਜੋ ਸ਼ੈਤਾਨ ਹੈ ਉਹ ਮਸੀਹ ਉੱਤੇ ਆਤਮਿਕ ਖੇਤਰ ਦੇ ਰਾਹੀਂ ਧਾਵਾ ਬੋਲਦਾ ਹੈ, ਪਰ ਜੋ ਸਰੀਰ ਹੈ ਉਹ ਇੱਕ ਮਨੁੱਖ ਉੱਤੇ ਅੰਦਰੋਂ ਹਮਲਾ ਕਰਦਾ ਹੈ, ਅਤੇ ਜਗਤ ਜੋ ਕਿ ਤੀਸਰਾ ਵੈਰੀ ਹੈ ਉਹ ਬਾਹਰੋਂ ਮਨੁੱਖ ਉੱਤੇ ਹਮਲਾ ਕਰਦਾ ਹੈ। ਇਸ ਨੂੰ ਇੱਕ ਹੋਰ ਤਰ੍ਹਾਂ ਆਖਣ ਦਾ ਤਰੀਕਾ ਇਹ ਹੈ ਕਿ ਸ਼ੈਤਾਨ ਸਾਡੇ ਉੱਤੇ ਇੱਕ ਵਿਅਕਤੀਗਤ ਹਮਲਿਆਂ ਦੀ ਤਰ੍ਹਾਂ ਹੀ ਹਮਲਾ ਕਰਦਾ ਹੈ, ਪਰ ਜੋ ਸਰੀਰ ਹੈ ਉਹ ਸਾਡੀਆਂ ਅੰਦਰੂਨੀ ਖੁਆਇਸ਼ਾਂ ਦੇ ਰਾਹੀਂ ਸਾਡੇ ਉੱਤੇ ਧਾਵਾ ਬੋਲਦਾ ਹੈ, ਅਤੇ ਜੋ ਜਗਤ ਹੈ ਉਹ ਉਹਨਾਂ ਪ੍ਰਭਾਵਾਂ ਦੇ ਰਾਹੀਂ ਸਾਡੇ ਉੱਤੇ ਹਮਲਾ ਬੋਲਦਾ ਹੈ ਜੋ ਕਿ ਸਾਡੇ ਆਲੇ ਦੁਆਲੇ ਹਨ। ਜੇਕਰ ਅਸੀਂ ਇਹਨਾਂ ਤਿੰਨਾਂ ਖੇਤਰਾਂ ਵਿੱਚ ਫਤਿਹਮੰਦ ਹੋਣਾ ਹੈ, ਤਦ ਇਹ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਜੋ ਫਤਿਹ ਹੈ ਉਹ ਕਿਸੇ ਭਿੰਨ ਅਤੇ ਖਾਸ ਵਿਧੀ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ, ਪਰ ਸ਼ਾਇਦ ਅਸੀਂ ਇਸ ਆਤਮਿਕ ਯੁੱਧ ਨੂੰ ਬਹੁਤ ਜ਼ਿਆਦਾ ਸਰਲ ਕਰ ਲਿਆ ਹੈ, ਅਤੇ ਅਸੀਂ ਸੋਚਿਆ ਹੈ ਕਿ ਅਸੀਂ ਇਸ ਨੂੰ ਬਿਨਾਂ ਕਿਸੇ ਰਣਨੀਤੀ ਦੇ ਲੜ ਸਕਦੇ ਹਾਂ। ਜੇਕਰ ਆਪ ਬਾਈਬਲ ਦਾ ਅਧਿਐਨ ਕਰਦੇ ਹੋ, ਆਪ ਜਾਣ ਲੈਂਦੇ ਹੋ ਕਿ ਸ਼ੈਤਾਨ ਉੱਤੇ ਫਤਿਹ ਪਾਉਣ ਦੇ ਲਈ ਤੁਹਾਨੂੰ ਯੁੱਧ ਲੜਨਾ ਪੈਣਾ ਹੈ, ਅਤੇ ਉਸ ਦਾ ਸਾਹਮਣਾ ਕਰਨਾ ਪੈਣਾ ਹੈ। ਇਫਸੀਆਂ ਦੀ ਪੱਤਰੀ 6 ਅਧਿਆਏ। ਸਰੀਰ ਉੱਤੇ ਫਤਿਹ ਪਾਉਣ ਲਈ ਆਪ ਨੂੰ ਇਹ ਸਿੱਖਣਾ ਪੈਣਾ ਹੈ ਕਿ ਆਤਮਾ ਵਿੱਚ ਚੱਲਣ ਦਾ ਅਰਥ ਕੀ ਹੁੰਦਾ ਹੈ, ਅਤੇ ਜਗਤ ਉੱਤੇ ਫਤਿਹ ਪਾਉਣ ਲਈ ਜ਼ਰੂਰੀ ਹੈ ਕਿ ਆਪ ਯਿਸੂ ਮਸੀਹ ਉੱਤੇ ਨਿਸ਼ਚਾ ਰੱਖੋ, ਜਿਸ ਨੇ ਪਹਿਲਾਂ ਹੀ ਜਗਤ ਉੱਤੇ ਫਤਿਹ ਪਾ ਲਈ ਹੈ। ਇਸ ਨੂੰ ਇੱਕ ਹੋਰ ਤਰੀਕੇ ਨਾਲ ਆਖਣ ਦੇ ਲਈ ਮੈਂ ਆਪ ਨੂੰ ਦੱਸਦਾ ਹਾਂ ਕਿ ਸ਼ੈਤਾਨ ਉੱਤੇ ਫਤਿਹ ਪਾਉਣ ਲਈ ਤੁਹਾਨੂੰ ਲੜਨਾ ਪੈਣਾ ਹੈ, ਅਤੇ ਸਰੀਰ ਉੱਤੇ ਫਤਿਹ ਪਾਉਣ ਲਈ ਆਪ ਨੂੰ ਭੱਜਣਾ ਪੈਣਾ ਹੈ, ਅਤੇ ਜਗਤ ਉੱਤੇ ਫਤਿਹ ਪਾਉਣ ਲਈ ਨੇਚਾ ਦੇ ਦੁਆਰਾ ਸਾਨੂੰ ਇਸ ਦੇ ਅਸਰ ਨੂੰ ਤਿਆਗਣਾ ਪੈਣਾ ਹੈ। ਨੰਬਰ 1, ਅੰਦਰੂਨੀ ਯੁੱਧ। ਮੈਂ ਅੱਜ ਆਪ ਦੇ ਨਾਲ ਅੰਦਰੂਨੀ ਯੁੱਧ ਦੇ ਬਾਰੇ ਗੱਲਬਾਤ ਕਰਨ ਦੀ ਖੁਆਇਸ਼ ਰੱਖਦਾ ਹਾਂ। ਉਸ ਪਵਿੱਤਰ ਯੁੱਧ ਬਾਰੇ ਜੇਕਰ ਆਪ ਵਿੱਚੋਂ ਇਸ ਤਰ੍ਹਾਂ ਆਖਦੇ ਹੋ, ਜੋ ਕਿ ਸਾਡੇ ਵਿੱਚੋਂ ਹਰੇਕ ਦੇ ਅੰਦਰ ਲੜਿਆ ਜਾ ਰਿਹਾ ਹੈ, ਉਹ ਯੁੱਧ ਜੋ ਕਿ ਸਰੀਰ ਅਤੇ ਆਤਮਾ ਵਿਚਕਾਰ ਹੈ। ਗਲਾਤੀਆਂ ਦੀ ਪੱਤਰੀ ਇਸ ਨੂੰ ਇਸ ਤਰ੍ਹਾਂ ਆਖਦੀ ਹੈ, 17 ਐਤ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ: ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ, ਕਿਉਂ ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ, ਤਾਂ ਜੋ ਤੁਸੀਂ ਜੋ ਚਾਹੁੰਦੇ ਹੋ ਸੋ ਨਾ ਕਰੋ। ਇਸ ਸਾਰੀ ਧਾਰਨਾ ਨੂੰ ਸਮਝਣ ਦੇ ਲਈ ਮੈਨੂੰ ਆਪ ਨੂੰ ਯਾਦ ਕਰਾਉਣਾ ਪੈਣਾ ਹੈ ਕਿ ਸਰੀਰ ਸ਼ਬਦ ਬਾਈਬਲ ਵਿੱਚ 2 ਬਹੁਤ ਹੀ ਭਿੰਨ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਗਿਆ ਹੈ। ਮਿਸਾਲ ਵਜੋਂ ਇੱਕ ਉੱਥੇ ਬਹੁਤ ਹੀ ਅੱਛੀ ਭਾਵਨਾ ਪਾਈ ਜਾਂਦੀ ਹੈ ਜਿਸ ਦੇ ਵਿੱਚ ਸਰੀਰ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਮਨੁੱਖ ਦੀ ਮਨੁੱਖਤਾ ਨੂੰ ਵਰਣਨ ਕਰਨ ਦੇ ਲਈ ਇਸਤੇਮਾਲ ਕੀਤਾ ਹੈ, ਜੋ ਕਿ ਸਾਡਾ ਮਨੁੱਖੀ ਭਾਗ ਹੈ। ਮਿਸਾਲ ਵਜੋਂ ਯਹੂਨਾ ਦੀ ਅੰਜੀਲ 3 ਅਧਿਆਏ ਉਸ ਦੀ 6 ਐਤ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ: ਜਿਹੜਾ ਸਰੀਰ ਤੋਂ ਜੰਮਿਆ ਹੈ ਉਹ ਸਰੀਰ ਹੈ, ਅਤੇ ਜਿਹੜਾ ਆਤਮਾ ਤੋਂ ਜੰਮਿਆ ਹੈ ਉਹ ਆਤਮਾ ਹੈ। ਇਫਸੀਆਂ ਦੀ ਪੱਤਰੀ 5 ਅਧਿਆਏ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਜਦੋਂ ਇੱਕ ਮਨੁੱਖ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਛੱਡਦਾ ਹੈ ਤੇ ਉਹ ਆਪਣੀ ਪਤਨੀ ਕੋਲ ਆਉਂਦਾ ਹੈ, ਤਾਂ ਦੋਵੇਂ ਇੱਕ ਸਰੀਰ ਹੁੰਦੇ ਹਨ। ਇਹ ਉਸ ਸਰੀਰਕ ਏਕਤਾ ਦੇ ਬਾਰੇ ਗੱਲ ਕਰਦਾ ਹੈ ਜੋ ਕਿ ਮਨੁੱਖ ਅਤੇ ਉਸ ਦੀ ਪਤਨੀ ਦੇ ਵਿਚਕਾਰ ਪਾਈ ਜਾਂਦੀ ਹੈ। ਜਦੋਂ ਸਰੀਰ ਸ਼ਬਦ ਦਾ ਇਸਤੇਮਾਲ ਇਸ ਤਰ੍ਹਾਂ ਨਵੇਂ ਨੇਮ ਵਿੱਚ ਕੀਤਾ ਗਿਆ ਹੈ, ਤਦ ਇਹ ਤਾਂ ਸਰੀਰ ਦੇ ਲਈ ਇੱਕ ਵਰਤੇ ਜਾਣ ਵਾਲੇ ਸ਼ਬਦ ਵਜੋਂ ਹੀ ਕੀਤਾ ਜਾਂਦਾ ਹੈ। ਇਸ ਦੇ ਵਿੱਚ ਕੁਝ ਵੀ ਖਰਾਬੀ ਨਹੀਂ ਹੈ। ਇਹ ਤਾਂ ਬਿਲਕੁਲ ਉਚਿਤ ਹੈ ਕਿ ਇਸ ਦੇ ਇੱਕ ਬਹੁਤ ਹੀ ਉਚਿਤ ਕਿਰਿਆ ਦੇ ਵਿੱਚ, ਜੋ ਕਿ ਪਰਮੇਸ਼ਵਰ ਦੀ ਬਾਣੀ ਵਿੱਚ ਪਵਿੱਤਰ ਆਤਮਾ ਦੇ ਨਿਰਦੇਸ਼ਨ ਦੇ ਅਧੀਨ ਹੁੰਦਾ ਹੈ। ਇਸ ਵਿੱਚ ਕੁਝ ਵੀ ਸਰੀਰ ਦੇ ਨਾਲ ਜੁੜਿਆ ਹੋਇਆ ਨਹੀਂ, ਜੋ ਕਿ ਮਨੁੱਖ ਦਾ ਭੌਤਿਕ ਭਾਗ ਹੋ, ਜੋ ਕਿ ਆਪ ਆਪਣੇ ਵਿੱਚ ਬੁਰਾਈ ਹੋਵੇ। ਮੈਨੂੰ ਇੱਥੇ ਇਹ ਗੱਲ ਦੱਸਣੀ ਪੈਣੀ ਹੈ, ਕਿਉਂਕਿ ਕਲੀਸਿਆ ਦੇ ਆਰੰਭਿਕ ਦਿਨਾਂ ਵਿੱਚ ਕੁਝ ਝੂਠੀ ਸਿੱਖਿਆ ਦੇਣ ਵਾਲੇ ਪਾਏ ਜਾਂਦੇ ਸਨ, ਜਿਨ੍ਹਾਂ ਨੇ ਇਹ ਸਿਖਾਇਆ ਸੀ ਕਿ ਪਦਾਰਥ ਜਾਂ ਮਾਇਆ ਬੁਰੀ ਹੀ ਹੈ, ਅਤੇ ਇਹ ਕਿ ਮਨੁੱਖਾਂ ਦਾ ਮੁੱਖ ਉਦੇਸ਼ ਆਪਣੀ ਇਨਸਾਨੀਅਤ ਜਾਂ ਮਨੁੱਖਤਾ ਤੋਂ ਇਨਕਾਰ ਕਰਨਾ ਹੈ, ਤਾਂ ਕਿ ਉਹ ਸੰਨਿਆਸੀ ਬਣ ਜਾਣ। ਕਦੇ-ਕਦੇ ਉਹ ਸਰੀਰ ਦਾ ਗਲਤ ਇਸਤੇਮਾਲ ਕਰਨ ਦੇ ਲਈ ਸਮਰਪਿਤ ਹੋ ਜਾਂਦੇ ਸਨ, ਜਿਵੇਂ ਕਿ ਉਸ ਦੇ ਗਲਤ ਇਸਤੇਮਾਲ ਦੇ ਦੁਆਰਾ ਇਸ ਦਾ ਇਨਕਾਰ ਕਰਨਾ ਹੋਵੇ। ਇਸ ਦਾ ਕੋਈ ਸਬੂਤ ਨਹੀਂ ਹੈ। ਕਿਧਰੇ ਵੀ ਬਾਈਬਲ ਬਾਣੀ ਸਾਨੂੰ ਇਹ ਨਹੀਂ ਮਿਲਦਾ। ਕਿਰਪਾ ਕਰਕੇ ਯਾਦ ਰੱਖੋ ਕਿ ਜੋ ਸਾਡੇ ਸਰੀਰ ਹਨ, ਉਹ ਪਰਮੇਸ਼ਰ ਦਾ ਮੂਲ ਰਚਨਾਤਮਕ ਕਾਰਜ ਸੀ, ਅਤੇ ਸਰੀਰ ਦੇ ਬਾਰੇ ਕੁਝ ਵੀ ਬੁਰਾ ਨਹੀਂ ਹੈ। ਜਿਵੇਂ ਕਿ ਅਸੀਂ ਸਾਂ, ਮੈਂ ਸਮਝਦਾ ਹਾਂ ਉਹ ਸਾਡੀ ਇਨਸਾਨੀਅਤ ਦਾ ਸਰੀਰਕ ਢਾਂਚਾ ਹੋਣ ਵਜੋਂ ਸਾਡੇ ਆਲੇ ਦੁਆਲੇ ਪਾਇਆ ਜਾਂਦਾ ਹੈ, ਜਦੋਂ ਕਿ ਇਹ ਤਾਂ ਸੱਚ ਹੈ ਕਿ ਜੋ ਸਰੀਰ ਹੈ ਉਹ
ਨਕਾਰਾਤਮਕ ਹੈ। ਇਹ ਵੀ ਸੱਚ ਹੈ ਕਿ ਇਹ ਇਹੋ ਸਰੀਰ ਹੈ ਜੋ ਇੱਕ ਇਹੋ ਜਿਹੀ ਸਥਿਤੀ ਦੇ ਵਿਵਸਥਾ ਕਰਦਾ ਹੈ ਜਿੱਥੇ ਕਿ ਪੁਰਾਣਾ ਸੁਭਾਅ ਅਤੇ ਨਵਾਂ ਸੁਭਾਅ ਆਪਣੇ ਖੁਦ ਦੇ ਲਾਭ ਲਈ ਸਰੀਰ ਦਾ ਇਸਤੇਮਾਲ ਕਰਨ ਦੀ ਖੁਆਇਸ਼ ਰੱਖਦੇ ਹਨ। ਇਹ ਸਾਨੂੰ ਸਰੀਰ ਦੇ ਦੂਸਰੇ ਇਸਤੇਮਾਲ ਵੱਲ ਲਿਆਉਂਦੇ ਹਨ। ਸਰੀਰ ਦਾ ਇੱਕ ਹੋਰ ਸ਼ਬਦ ਇਸ ਦੇ ਲਈ ਬਾਈਬਲ ਵਿੱਚ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਇੱਕ ਤਰ੍ਹਾਂ ਦੇ ਨਾਲ ਬਾਈਬਲ ਦੀ ਸਿੱਖਿਆ ਉੱਤੇ ਆਧਾਰਿਤ ਹੈ ਅਤੇ ਇਸ ਦੀ ਇੱਕ ਰੂਪ ਵਜੋਂ ਜੇਕਰ ਹੈ ਇਸ ਨੂੰ ਇਸ ਤਰ੍ਹਾਂ ਆਖੋ। ਇਸ ਲਿਹਾਜ਼ ਨਾਲ ਸਰੀਰ ਸ਼ਬਦ ਨੂੰ ਕਦੇ ਵੀ ਇੱਕ ਅੱਛੇ ਅਰਥ ਵਜੋਂ ਨਹੀਂ ਪਾਇਆ ਜਾਂਦਾ। ਇਹ ਹਮੇਸ਼ਾ ਹੀ ਇੱਕ ਬੁਰੀ ਭਾਵਨਾ ਵਿੱਚ ਹੋ ਕੇ ਇਸ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਬਾਈਬਲ ਆਖਦੀ ਹੈ ਕਿ ਮਨੁੱਖ ਸਿਰਫ ਉਸ ਦਾ ਸਰੀਰ ਹੀ ਨਹੀਂ ਬਲਕਿ ਉਸ ਦੀ ਸਮੁੱਚੀ ਸ਼ਖਸੀਅਤ, ਉਸ ਦੀ ਦੇਹ, ਉਸ ਦਾ ਆਤਮਾ ਅਤੇ ਉਸ ਦੀ ਅੰਦਰੂਨੀ ਸ਼ਖਸੀਅਤ ਉਹ ਮਨੁੱਖ ਪਰਮੇਸ਼ਰ ਤੋਂ ਬਗੈਰ ਸਰੀਰ ਹੈ। ਠੀਕ ਇਸੇ ਤਰ੍ਹਾਂ ਦਾ ਇਸਤੇਮਾਲ ਕੀਤਾ ਗਿਆ ਹੈ। ਕੁਝ ਵੀ ਜੋ ਪਰਮੇਸ਼ਰ ਤੋਂ ਬਗੈਰ ਹੈ ਉਹ ਸਰੀਰ ਹੈ। ਬਾਈਬਲ ਬਾਣੀ ਦੇ ਅਨੁਸਾਰ ਜਦੋਂ ਇਸ ਸ਼ਬਦ ਦਾ ਇਸਤੇਮਾਲ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਤਦ ਇਸ ਨੂੰ ਹਮੇਸ਼ਾ ਹੀ ਇੱਕ ਬੁਰੀ ਭਾਵਨਾ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਮਨੁੱਖੀ ਸੁਭਾਅ ਦਾ ਜ਼ਿਕਰ ਕਰਦਾ ਮਨੁੱਖ ਦੇ ਧਰਤੀ ਉਤਲੇ ਸੁਭਾਅ ਦੇ ਬਾਰੇ ਜੋ ਕਿ ਦੈਵੀ ਪ੍ਰਭਾਵ ਤੋਂ ਬਗੈਰ ਹੋਵੇ ਅਤੇ ਇਸ ਲਈ ਉਹ ਸੁਭਾਅ ਹੈ ਜੋ ਕਿ ਪਾਪ ਕਰਨ ਵਿੱਚ ਪਿਆ ਹੋਇਆ ਹੈ ਅਤੇ ਇਹ ਪਰਮੇਸ਼ਰ ਦੇ ਵਿਰੁੱਧ ਹੈ। ਇਹ ਉਹੀ ਹੈ ਸਰੀਰ ਜੋ ਅਕਸਰ ਵਾਰ-ਵਾਰ ਸਰੀਰ ਨੂੰ ਨਾਸ਼ ਕਰਦਾ ਹੈ ਅਤੇ ਦੇਹ ਨੂੰ ਬਦਲਦਾ ਹੈ ਅਤੇ ਇਸ ਦਾ ਸਰਵ ਉੱਚ ਕਾਰਜ ਨੂੰ ਇੱਕ ਸਭ ਤੋਂ ਵੱਧ ਬੇਬਿਆਨ ਪਾਪਾਂ ਦੇ ਵਿੱਚ ਇਹ ਉਹ ਸਰੀਰ ਹੈ ਜੋ ਕਿ ਸ਼ੈਤਾਨ ਨੂੰ ਉਹ ਮੌਕਾ ਉਪਲਬਧ ਕਰਾਉਂਦਾ ਹੈ ਜੋ ਉਹ ਪ੍ਰਾਪਤ ਕਰਦਾ ਹੈ। ਕਿਸੇ ਨੇ ਇੱਕ ਵਾਰ ਕਾਫੀ ਸਮਾਂ ਪਹਿਲਾਂ ਮੇਰੇ ਤੋਂ ਪੁੱਛਿਆ ਸੀ ਕਿ ਸ਼ੈਤਾਨ ਦੇ ਹਮਲੇ ਅਤੇ ਅੰਦਰੂਨੀ ਯੁੱਧ ਜੋ ਕਿ ਮਨੁੱਖੀ ਸਰੀਰ ਜਿਸ ਦੇ ਵਿੱਚ ਜੁੜਿਆ ਹੋਵੇ ਉਸ ਦੇ ਵਿਚਕਾਰ ਕੀ ਸੰਬੰਧ ਹੈ ਜਾਂ ਫਿਰ ਮਨੁੱਖ ਜੋ ਕਿ ਮਸੀਹ ਤੋਂ ਬਗੈਰ ਹੋਵੇ। ਮੈਂ ਇੱਕ ਸ਼ਬਦ ਵਾਲੀ ਤਸਵੀਰ ਲੱਭੀ ਜੋ ਕਿ ਮੈਨੂੰ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਸ਼ੈਤਾਨ ਉਹੀ ਵੈਰੀ ਦਾ ਜਹਾਜ਼ ਹੈ ਅਤੇ ਜੋ ਸਰੀਰ ਹੈ ਉਹ ਧਰਤੀ ਉੱਤੇ ਉਤਰਨ ਵਾਲਾ ਉਹ ਰਨਵਾ ਹੈ ਜਿਸ ਦਾ ਇਸਤੇਮਾਲ ਉਹ ਅੰਦਰ ਆਉਣ ਅਤੇ ਮਨੁੱਖ ਦੇ ਵਿੱਚ ਸਮਾਉਣ ਦੇ ਲਈ ਕਰਦਾ ਹੈ। ਜੋ ਸ਼ੈਤਾਨ ਹੈ ਉਹ ਵੈਰੀ ਦਾ ਜਹਾਜ਼ ਹੈ ਜੋ ਕਿ ਆਪਣੀਆਂ ਸਾਰੀਆਂ ਵਸਤਾਂ ਦੇ ਨਾਲ ਜਿਨ੍ਹਾਂ ਨੂੰ ਅਸੀਂ ਹੁਣ ਤੱਕ ਸਿੱਖਿਆ ਹੈ ਸਾਡੇ ਉੱਤੇ ਹਮਲਾ ਕਰਨ ਲਈ ਆਉਂਦਾ ਹੈ। ਉਹ ਆਪਣੇ ਲਾਭ ਲਈ ਕਿੱਥੋਂ ਪ੍ਰਾਪਤ ਕਰਦਾ ਹੈ? ਬਾਈਬਲ ਆਖਦੀ ਹੈ ਕਿ ਪੁਰਾਣੇ ਸੁਭਾਅ ਦੇ ਕਰਕੇ ਜੋ ਕਿ ਸਾਡੇ ਅੰਦਰ ਹੈ ਇਸ ਦੇ ਅੰਦਰ ਇੱਕ ਸਥਾਨ ਹੈ ਜਿਸ ਦੇ ਦੁਆਰਾ ਸ਼ੈਤਾਨ ਸਾਡੇ ਤੱਕ ਆਪਣੀ ਪਹੁੰਚ ਬਣਾ ਸਕਦਾ ਹੈ। ਇਸ ਕਰਕੇ ਉਹ ਸਾਡੇ ਅੱਗੇ ਪ੍ਰਤਿਆਵੇ ਲਿਆਉਂਦਾ ਹੈ ਅਤੇ ਉਹ ਸੁਭਾਵਿਕ ਅਤੇ ਆਮ ਮਨੁੱਖਤਾ ਦਾ ਇਸਤੇਮਾਲ ਕਰਦਾ ਹੈ ਜੋ ਕਿ ਅਜੇ ਵੀ ਸਾਡੇ ਅੰਦਰ ਹੈ ਉਸ ਸ਼ੈਤਾਨ ਦੇ ਵਜੋਂ ਜਿਸ ਦੇ ਦੁਆਰਾ ਉਹ ਸਾਡੇ ਜੀਵਨਾਂ ਦੇ ਅੰਦਰ ਲਾਭ ਉਠਾ ਸਕਦਾ ਹੈ। ਹੁਣ ਬਾਈਬਲ ਸਰੀਰ ਦੇ ਬਾਰੇ ਕੁਝ ਗੱਲ ਆਖਦੀ ਹੈ। ਜੇਕਰ ਆਪ ਗਲਾਤੀਆਂ ਦੀ ਪੱਤਰੀ ਉਸ ਦੇ 5 ਅਧਿਆਇ ਨੂੰ ਕੱਢ ਕੇ ਰੱਖੋ ਅਤੇ ਇਸ ਦੇ ਨਾਲ ਹੀ ਵਾਪਸ ਰੋਮੀਓ ਦੀ ਪੱਤਰੀ ਵਿੱਚ ਜਾਓ, ਮੈਂ ਬਸ ਆਪ ਨੂੰ 2 ਜਾਂ 3 ਗੱਲਾਂ ਲਿਖਾਉਣੀਆਂ ਚਾਹੁੰਦਾ ਹਾਂ ਜੋ ਕਿ ਬਾਈਬਲ ਸਰੀਰ ਦੇ ਬਾਰੇ ਆਖਦੀ ਹੈ। ਕਿਰਪਾ ਕਰਕੇ ਹੁਣ ਯਾਦ ਰੱਖੋ ਕਿ ਇਹ ਸਰੀਰ ਸ਼ਬਦ ਦੂਸਰਾ ਇਸਤੇਮਾਲ ਹੈ ਨਾ ਕਿ ਮਨੁੱਖ ਦੇ ਭੌਤਿਕ ਭਾਗ ਦਾ ਬਲਕਿ ਪੁਰਾਣਾ ਸੁਭਾਅ ਉਹ ਮਨੁੱਖ ਦਾ ਭਾਗ ਜੋ ਕਿ ਪਰਮੇਸ਼ਰ ਤੋਂ ਬਗੈਰ ਹੈ। ਅਸੀਂ ਸਾਰੇ ਹੀ ਉਦੋਂ ਤੱਕ ਸਰੀਰ ਵਿੱਚ ਹੁੰਦੇ ਹਾਂ ਜਦੋਂ ਤੱਕ ਅਸੀਂ ਮਸੀਹੀ ਨਹੀਂ ਹੋ ਜਾਂਦੇ ਅਤੇ ਫਿਰ ਅਸੀਂ ਪਰਮੇਸ਼ਰ ਦਾ ਆਤਮਾ ਪਾਉਂਦੇ ਹਾਂ। ਅਸੀਂ ਤਾਂ ਬਸ ਉਦੋਂ ਤੱਕ ਸਰੀਰ ਲੋਕ ਹੀ ਹੁੰਦੇ ਹਾਂ ਜਦੋਂ ਤੱਕ ਅਸੀਂ ਮਸੀਹ ਨਹੀਂ ਬਣ ਜਾਂਦੇ ਅਤੇ ਫਿਰ ਸਾਡੇ ਵਿੱਚ ਇੱਕ ਆਤਮਿਕ ਸੁਭਾਅ ਪਾਇਆ ਜਾਂਦਾ ਹੈ। ਹਰੇਕ ਮਨੁੱਖ ਪਰਮੇਸ਼ਰ ਵੱਲ ਮੁਰਦਾ ਹੋਣ ਵਜੋਂ ਹੀ ਇਸ ਜਗਤ ਵਿੱਚ ਜਨਮ ਲੈਂਦਾ ਹੈ। ਇਹੋ ਹੀ ਹੈ ਜੋ ਕਿ ਬਾਈਬਲ ਬਾਣੀ ਸਾਨੂੰ ਸਿਖਾਉਂਦੀ ਹੈ। ਇੱਕ ਮਨੁੱਖ ਵਜੋਂ ਜੋ ਪਰਮੇਸ਼ਰ ਦੇ ਵੱਲੋਂ ਮੋਇਆ ਹੋਇਆ ਹੈ ਉਹ ਸਰੀਰ ਵਿੱਚ ਹੈ। ਠੀਕ ਇਹੋ ਹੀ ਜਦੋਂ ਆਪ ਮਸੀਹ ਨੂੰ ਪਾ ਲੈਂਦੇ ਹੋ ਤਦ ਆਪ ਦੇ ਕੋਲ ਆਤਮਾ ਹੁੰਦਾ ਹੈ। ਊੜਾ ਭਾਗ ਸਰੀਰ ਕਮਜ਼ੋਰ ਹੈ। ਬਾਈਬਲ ਸਰੀਰ ਬਾਰੇ ਕੀ ਆਖਦੀ ਹੈ? ਸਭ ਤੋਂ ਪਹਿਲਾਂ ਰੋਮੀਓ ਦੀ ਪੱਤਰੀ 6 ਅਧਿਆਇ ਉਸ ਦੀ 19 ਐਤ ਵਿੱਚ ਇਹ ਦੱਸਿਆ ਗਿਆ ਹੈ ਕਿ ਜੋ ਸਰੀਰ ਹੈ ਉਹ ਕਮਜ਼ੋਰ ਹੈ। ਮੈਂ ਤੁਹਾਡੇ ਸਰੀਰ ਦੀ ਦੁਰਬਲਤਾਈ ਦੇ ਕਾਰਨ ਮਨੁੱਖਾਂ ਵਾਲੀ ਗੱਲ ਆਖਦਾ ਹਾਂ। ਸੋ ਜਿਵੇਂ ਤੁਸੀਂ ਆਪਣੇ ਅੰਗ ਗੰਦਮੰਦ ਅਤੇ ਕੁਧਰਮ ਸਗੋਂ ਕੁਧਰਮ ਦੀ ਗੁਲਾਮੀ ਵਿੱਚ ਸੌਂਪ ਦਿੱਤੇ ਤਿਵੇਂ ਹੁਣ ਆਪਣੇ ਅੰਗ ਧਰਮ ਦੀ ਗੁਲਾਮੀ ਵਿੱਚ ਪਵਿੱਤਰ ਹੋਣ ਲਈ ਸੌਂਪ ਦਿਓ। ਬਾਈਬਲ ਆਖਦੀ ਹੈ ਕਿ ਜੋ ਸਰੀਰ ਹੈ ਉਹ ਪਰਮੇਸ਼ਰ ਦੇ ਪੱਖ ਨੂੰ ਜਿੱਤਣ ਦੇ ਲਈ ਕੋਈ ਬਲ ਆਪਣੇ ਆਪ ਵਿੱਚ ਨਹੀਂ ਰੱਖਦਾ। ਰੋਮੀਓ ਦੀ ਪੱਤਰੀ 8 ਅਧਿਆਇ ਉਸ ਦੀ 3 ਐਤ ਵਿੱਚ ਗੌਰ ਕਰੋ ਅਤੇ ਆਪ ਇਸ ਨੂੰ ਦੁਬਾਰਾ ਫਿਰ ਸਮਝ ਲਵੋਗੇ। ਜੋ ਸ਼ਰ੍ਹਾ ਤੋਂ ਨਾ ਹੋ ਸਕਿਆ ਇਸ ਕਰਕੇ ਜੋ ਸਰੀਰ ਦੇ ਕਾਰਨ ਉਹ ਨਤਾਣੀ ਸੀ। ਪਰਮੇਸ਼ਰ ਨੇ ਆਪਣੇ ਪੁੱਤਰ ਪਾਪ ਦੇ ਲਈ ਪਾਪੀ ਸਰੀਰ ਰੂਪ ਵਿੱਚ ਕੱਲ ਕੇ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ।
ਦੂਸਰੇ ਸ਼ਬਦਾਂ ਵਿੱਚ ਪੌਲੁਸ ਨੇ ਆਖਿਆ ਸੀ ਕਿ ਜਦੋਂ ਬਵਿਸਥਾ ਆਈ ਤਦ ਮਨੁੱਖ ਬਵਿਸਥਾ ਦੁਆਰਾ ਮਨੁੱਖ ਪਵਿੱਤਰਤਾਈ ਨੂੰ ਕਾਇਮ ਨਹੀਂ ਸੀ ਰੱਖ ਸਕੇ। ਕਿਹੜੇ ਕਾਰਨ ਕਰਕੇ? ਸਰੀਰ ਕਮਜ਼ੋਰ ਸੀ, ਮਨੁੱਖਤਾ ਬਵਿਸਥਾ ਦੀ ਮੰਗ ਦੇ ਅਨੁਸਾਰ ਨਹੀਂ ਸੀ ਜੀ ਸਕੀ। ਇਹੋ ਹੀ ਕਾਰਨ ਸੀ ਕਿ ਜਿਸ ਕਰਕੇ ਮਸੀਹ ਨੂੰ ਆਉਣਾ ਪਿਆ, ਤਾਂ ਕਿ ਉਹ ਕਿਰਪਾ ਨੂੰ ਲਿਆਵੇ, ਕਿਉਂਕਿ ਕੋਈ ਵੀ ਇਹੋ ਜਿਹਾ ਮਨੁੱਖ ਨਹੀਂ ਸੀ ਜਿਸ ਦੇ ਵਿੱਚ ਕਾਫੀ ਇਸ ਤਰ੍ਹਾਂ ਦੀ ਯੋਗਤਾ ਜਾਂ ਬਲ ਅਤੇ ਸੁਭਾਅ ਪਾਇਆ ਜਾਂਦਾ ਕਿ ਉਹ ਭਵਿਸ਼ਤਾ ਦੇ ਉੱਚ ਮਿਆਰੇ ਦੇ ਅਨੁਸਾਰ ਜੀ ਸਕਦਾ। ਕਿਉਂਕਿ ਜੋ ਸਰੀਰ ਹੈ ਉਹ ਕਮਜ਼ੋਰ ਹੈ। ਕੀ ਕੋਈ ਇਸ ਦੇ ਬਾਰੇ ਜਾਣਦਾ ਹੈ? ਸਰੀਰ ਕਮਜ਼ੋਰ ਹੈ ਕਿ ਇਹ ਕਮਜ਼ੋਰ ਨਹੀਂ ਹੈ। ਐੜਾ ਭਾਗ ਸਰੀਰ ਵਿਅਰਥ ਹੈ। ਗੌਰ ਕਰੋ, ਸਰੀਰ ਸਿਰਫ ਕਮਜ਼ੋਰ ਹੀ ਨਹੀਂ। ਪਾਲੂਸ ਰੋਮੀਓ ਦੀ ਪੱਤਰੀ 7 ਅਧਿਆਇ ਉਸ ਦੀ 18 ਐਤ ਦੇ ਵਚਨਾਂ ਵਿੱਚ ਆਖਦਾ ਹੈ ਕਿ ਜੋ ਸਰੀਰ ਹੈ ਉਹ ਫਜ਼ੂਲ ਹੈ। 18 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਮੈਂ ਜਾਣਦਾ ਹਾਂ ਭਾਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਨਹੀਂ। ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ, ਪਰ ਭਲਾ ਕਰਨਾ ਨਹੀਂ। ਪਲੂਸ ਨੇ ਆਖਿਆ ਸੀ ਕਿ ਪਰਮੇਸ਼ਰ ਤੋਂ ਬਗੈਰ ਮੇਰੇ ਸਰੀਰ ਵਿੱਚ ਕੋਈ ਹੋਰ ਭਲੀ ਗੱਲ ਨਹੀਂ। ਹੁਣ ਇਹ ਸਭਨਾਂ ਦੇ ਬਾਰੇ ਹੈ ਅਤੇ ਅਸੀਂ ਸਰੀਰ ਵਿਕਾਸ ਨਹੀਂ ਕਰ ਸਕਦੇ ਅਤੇ ਇਸ ਨੂੰ ਬਿਹਤਰ ਨਹੀਂ ਬਣਾ ਸਕਦੇ ਜਦੋਂ ਤੱਕ ਇਹ ਪਰਮੇਸ਼ਰ ਦੇ ਸਾਹਮਣੇ ਅੰਤ ਵਿੱਚ ਸ਼ਾਮਲ ਨਹੀਂ ਹੁੰਦਾ। ਯਹੂਨਾ ਦੀ ਅੰਜੀਲ 6 ਅਧਿਆਏ ਉਸ ਦੀ 63 ਐਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ, ਸਰੀਰ ਤੋਂ ਕੁਝ ਲਾਭ ਨਹੀਂ। ਈੜੀ ਭਾਗ ਸਰੀਰ ਯੁੱਧ ਲੜ ਰਿਹਾ ਹੈ। ਸਿਰਫ ਸਰੀਰ ਕਮਜ਼ੋਰ ਅਤੇ ਫਜ਼ੂਲ ਹੀ ਨਹੀਂ, ਲੇਕਿਨ ਜੋ ਸਰੀਰ ਹੈ ਉਹ ਪਰਮੇਸ਼ਰ ਦੇ ਨਾਲ ਅਤੇ ਆਤਮਾ ਦੇ ਨਾਲ ਯੁੱਧ ਲੜ ਰਿਹਾ ਹੈ। ਗੌਰ ਕਰੋ, ਰੋਮੀਓ 8 ਅਧਿਆਏ ਉਸ ਦੀ 7 ਐਤ ਦੇ ਵਚਨਾਂ ਵਿੱਚ, ਇਸ ਲਈ ਸਰੀਰਕ ਮਨਸ਼ਾ ਪਰਮੇਸ਼ਰ ਨਾਲ ਵੈਰ ਹੈ, ਕਿਉਂ ਜੋ ਉਹ ਪਰਮੇਸ਼ਰ ਦੀ ਸ਼ਰ੍ਹਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ। ਸਾਡੇ ਅੰਦਰ ਇੱਕ ਯੁੱਧ ਲੜਿਆ ਜਾ ਰਿਹਾ ਹੈ ਅਤੇ ਇਹ ਪੁਰਾਣੇ ਮਨੁੱਖ ਦੇ ਵਿਚਕਾਰ ਇੱਕ ਯੁੱਧ ਹੈ ਜੋ ਕਿ ਪਰਮੇਸ਼ਰ ਤੋਂ ਬਗੈਰ ਭੌ ਸਰੀਰ ਹੈ, ਅਤੇ ਨੇਮ ਮਨੁੱਖ ਦੇ ਵਿਚਕਾਰ ਜੋ ਕਿ ਮਸੀਹ ਹੈ। ਗਲਾਤੀਆਂ 5 ਅਧਿਆਏ ਦੀ 17 ਐਤ ਦੇ ਵਿੱਚ ਅਸੀਂ ਪਹਿਲਾਂ ਹੀ ਇਸ ਨੂੰ ਪੜ੍ਹ ਚੁੱਕੇ ਹਾਂ। ਇੱਥੇ ਲਿਖਿਆ ਹੈ, ਸਰੀਰ ਆਤਮਾ ਦੇ ਵਿਰੁੱਧ ਲੜਦਾ ਹੈ। ਸੱਸਾ ਭਾਗ ਸਰੀਰ ਧਾਰਮਿਕਤਾ ਤੋਂ ਬਗੈਰ ਹੈ। ਹੁਣ ਇਸ ਨੂੰ ਅੱਗੇ ਪੜ੍ਹਦੇ ਜਾਓ। ਸਰੀਰ ਸਿਰਫ ਪਰਮੇਸ਼ਰ ਦੇ ਨਾਲ ਉਸ ਦੇ ਆਤਮਾ ਵਿੱਚ ਯੁੱਧ ਹੀ ਨਹੀਂ ਹੈ, ਬਲਕਿ ਚੌਥੀ ਗੱਲ, ਜੋ ਸਰੀਰ ਹੈ ਪਰਮੇਸ਼ਰ ਨੂੰ ਪ੍ਰਸੰਨ ਕਰਨ ਦੀ ਯੋਗਤਾ ਤੋਂ ਬਗੈਰ ਹੈ, ਜਾਂ ਫਿਰ ਮਸੀਹ ਜੀਵਨ ਦੇ ਵਿੱਚ ਧਾਰਮਿਕਤਾ ਪੈਦਾ ਕਰਨ ਦੀ ਯੋਗਤਾ ਤੋਂ ਬਿਨਾਂ। ਮੈਂ ਇੱਕ ਵਾਰ ਫਿਰ ਇਸ ਨੂੰ ਆਖ ਦੇਵਾਂ, ਰੋਮੀਓ 8 ਅਧਿਆਏ ਉਸ ਦੀ 8 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦੇ। ਇਸ ਤਰ੍ਹਾਂ ਉਹ ਜੋ ਸਰੀਰ ਵਿੱਚ ਹਨ, ਹੁਣ ਇਸ ਨੂੰ ਧਿਆਨ ਨਾਲ ਸੁਣੋ, ਉਹ ਜੋ ਸਰੀਰ ਵਿੱਚ ਹਨ ਇਸ ਦਾ ਬਾਕੀ ਭਾਗ ਕੀ ਹੈ? ਪਰਮੇਸ਼ਰ ਨੂੰ ਪ੍ਰਸੰਨ ਕਰਨਾ ਕੀ ਹੈ? ਅਜਿਹਾ ਕੋਈ ਵੀ ਨਹੀਂ ਹੈ ਜੋ ਆਪਣੀ ਖੁਦ ਦੀ ਯੋਗਤਾ ਦੇ ਨਾਲ ਪਰਮੇਸ਼ਰ ਨੂੰ ਪ੍ਰਸੰਨ ਕਰ ਸਕੇ। ਮਸੀਹ ਤੋਂ ਬਗੈਰ ਹੋਰ ਕੋਈ ਵੀ ਨਹੀਂ ਜੋ ਪਰਮੇਸ਼ਰ ਨੂੰ ਪ੍ਰਸੰਨ ਕਰ ਸਕੇ। ਇਹੋ ਹੀ ਹੈ ਜੋ ਕਿ ਉਹ ਆਖ ਰਿਹਾ ਹੈ। ਬਾਈਬਲ ਦੇ ਹੋਰ ਭਾਗ ਵੀ ਹਨ, ਜਿਵੇਂ ਕਿ ਗਲਾਤੀਆਂ 3 ਅਧਿਆਏ 3 ਐਤ, ਜਿੱਥੇ ਪੌਲੁਸ ਗਲਾਤੀਆਂ ਦੀ ਕਲੀਸਿਆ ਨੂੰ ਲਿਖਦਿਆਂ ਇਸ ਤਰ੍ਹਾਂ ਲਿਖਿਆ ਸੀ ਕਿ ਤੁਸੀਂ ਇੰਨੇ ਮੂਰਖ ਹੋ, ਭਲਾ ਆਤਮਾ ਵਿੱਚ ਆਰੰਭ ਕਰਕੇ ਤੁਸੀਂ ਹੁਣ ਸਰੀਰ ਦੁਆਰਾ ਸਮਾਪਤ ਕਰਦੇ ਹੋ। ਉਹ ਇੱਕ ਇਹੋ ਜਿਹੀ ਕਲੀਸਿਆ ਨੂੰ ਲਿਖ ਰਿਹਾ ਹੈ ਜੋ ਕਿ ਇਹੋ ਜਿਹੇ ਲੋਕਾਂ ਦੀ ਬਣੀ ਹੋਈ ਸੀ, ਜਿਨ੍ਹਾਂ ਇਹ ਸੋਚਿਆ ਸੀ ਕਿ ਇੱਕ ਵਾਰ ਜਦੋਂ ਯਿਸੂ ਮਸੀਹ ਉਹਨਾਂ ਦੇ ਦਿਲਾਂ ਵਿੱਚ ਰਹਿਣ ਲਈ ਆ ਜਾਵੇ, ਤਦ ਕੁਝ ਅਜਿਹਾ ਸੀ ਜੋ ਉਸ ਵਿੱਚ ਜੋੜ ਸਕਦੇ ਸਨ, ਜੋ ਕਿ ਮਸੀਹ ਪਹਿਲਾਂ ਹੀ ਕਰ ਚੁੱਕਾ ਸੀ। ਉਹ ਸੀ ਯਹੂਦੀ ਧਰਮੀਆਂ ਦੀ ਪੁਰਾਣੀ ਰੀਤਾਂ ਨੂੰ ਕਰਨ ਦੇ ਦੁਆਰਾ, ਅਤੇ ਉਹਨਾਂ ਨੇ ਮਸੀਹਤ ਵਿੱਚ ਜੋੜਨ ਦੇ ਦੁਆਰਾ। ਪੌਲੁਸ ਨੇ ਆਖਿਆ ਸੀ, ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਸਨਮੁਖ ਸੰਪੂਰਨ ਬਣਾਉਣ ਦੇ ਲਈ ਆਪਣੇ ਕੰਮਾਂ ਦੇ ਦੁਆਰਾ ਕੁਝ ਨਹੀਂ ਕਰ ਸਕਦੇ, ਕਿਉਂਕਿ ਜੋ ਸਰੀਰ ਹੈ ਉਹ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ, ਧਾਰਮਿਕਤਾ ਨੂੰ ਪੈਦਾ ਕਰਨ ਦੀ ਯੋਗਤਾ ਤੋਂ ਬਗੈਰ ਹੈ। ਹਾਹਾ ਭਾਗ ਜੋ ਸਰੀਰ ਹੈ ਉਹ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਹੈ। ਆਖਰ ਵਿੱਚ ਪੰਜਵੀਂ ਗੱਲ, ਜੋ ਸਰੀਰ ਹੈ ਜਦ ਮਸੀਹ ਮੋਇਆ ਤਦ ਉਹ ਬੁਰੀ ਤਰ੍ਹਾਂ ਘਾਇਲ ਕੀਤਾ ਗਿਆ ਸੀ। ਇਹ ਪੰਜਵੀਂ ਸਚਾਈ ਹੈ। ਸਰੀਰ ਦੇ ਬਾਰੇ ਰੋਮੀਓ 6 ਅਧਿਆਏ ਉਸ ਦੀ 6 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਕਿਉਂ ਜੋ ਅਸੀਂ ਇਹ ਜਾਣਦੇ ਹਾਂ ਜੋ ਸਾਡੀ ਪੁਰਾਣੀ ਮਨੁੱਖਤਾਈ ਉਹਦੇ ਨਾਲ ਸਲੀਬ ਉੱਤੇ ਚੜਾਈ ਗਈ, ਭਾਈ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਅਗਾਂਹ ਨੂੰ ਅਸੀਂ ਪਾਪ ਦੀ ਗੁਲਾਮੀ ਨਾ ਕਰੀਏ। ਮੈਂ ਤਾਂ ਬਸ 5 ਸਰਲ ਸਚਾਈਆਂ ਜੋ ਕਿ ਪੁਰਾਣੇ ਮਨੁੱਖ ਪਾਪ ਸਰੀਰ ਦੇ ਬਾਰੇ ਹਨ ਉਹ ਆਪ ਨੂੰ ਦੱਸ ਚੁੱਕਾ ਹਾਂ। ਇਹ ਕਮਜ਼ੋਰ ਹੈ, ਇਹ ਫਜ਼ੂਲ ਹੈ, ਇਹ ਪਰਮੇਸ਼ਰ ਅਤੇ ਉਸ ਦੇ ਆਤਮਾ ਨਾਲ ਯੁੱਧ ਲੜ ਰਿਹਾ ਹੈ। ਇਹ ਪਰਮੇਸ਼ਰ ਨੂੰ ਪ੍ਰਸੰਨ ਕਰਨ ਅਤੇ ਧਾਰਮਿਕਤਾ ਪੈਦਾ ਕਰਨ ਦੀ ਯੋਗਤਾ ਤੋਂ ਬਗੈਰ ਹੈ। ਜਦੋਂ ਮਸੀਹ ਮੋਇਆ ਤਦ ਇਹ ਬੁਰੀ ਤਰ੍ਹਾਂ ਘਾਇਲ ਕੀਤਾ ਗਿਆ ਸੀ। ਹੋ ਸਕਦਾ ਹੈ ਕਿ ਕੋਈ ਪੁੱਛੇ ਕਿ ਸਰੀਰ ਆਪਣੇ ਆਪ ਨੂੰ ਕਿਵੇਂ ਜ਼ਾਹਿਰ ਕਰਦਾ ਹੈ। ਆਪ ਕਿਵੇਂ ਜਾਣਦੇ ਹੋ ਕਿ ਤੁਹਾਡੇ ਕੋਲ ਅਜੇ ਵੀ ਸਰੀਰਕ ਪੁਰਾਣਾ ਮਨੁੱਖ ਅਤੇ ਪੁਰਾਣਾ ਸੁਭਾਅ ਹੈ?
ਬਹੁਤ ਸਾਰੇ ਮਸੀਹੀ ਹਨ ਜੋ ਇਸ ਦੇ ਬਾਰੇ ਸਪਸ਼ਟ ਗਿਆਨ ਨਹੀਂ ਰੱਖਦੇ। ਬਹੁਤ ਸਾਰੇ ਮਸੀਹੀ ਇਹ ਵਿਸ਼ਵਾਸ ਕਰਦੇ ਹਨ ਕਿ ਜਦੋਂ ਉਹ ਬਚਾਏ ਗਏ ਸਨ, ਤਦ ਪੁਰਾਣਾ ਸੁਭਾਅ ਕਿਸੇ ਤਰ੍ਹਾਂ ਉਹਨਾਂ ਤੋਂ ਦੂਰ ਹੋ ਗਿਆ ਸੀ ਅਤੇ ਇਸ ਦਾ ਨਾਸ਼ ਕੀਤਾ ਗਿਆ ਸੀ। ਇਹ ਜ਼ਿਆਦਾ ਸੱਚ ਨਹੀਂ ਹੈ। ਕੀ ਇਹ ਸੱਚ ਹੈ? ਬਾਈਬਲ ਆਖਦੀ ਹੈ ਕਿ ਸਰੀਰ ਦੇ ਕੰਮ ਇਸ ਤਰ੍ਹਾਂ ਹਨ। ਜੇਕਰ ਆਪ ਦੇ ਕੋਲ ਗਲਾਤੀਆਂ 5 ਅਧਿਆਇ ਕੱਢਿਆ ਹੋਇਆ ਹੈ, ਤਦ ਮੈਂ ਆਪ ਨੂੰ ਦਿਖਾ ਦੇਵਾਂ ਕਿ ਆਪ ਕਿਵੇਂ ਆਖ ਸਕਦੇ ਹੋ ਕਿ ਸਰੀਰ ਅਜੇ ਵੀ ਜਿੰਦਾ ਹੈ। ਜੇਕਰ ਪੁਰਾਣਾ ਮਨੁੱਖ ਤੁਹਾਡੇ ਅੰਦਰ ਅਜੇ ਵੀ ਕਾਰਜ ਕਰ ਰਿਹਾ ਹੈ, ਇਹ ਸਰੀਰ ਦੇ ਕੰਮਾਂ ਦੀ ਲਿਸਟ ਹੈ। ਇਹ ਉਹ ਕੰਮ ਹਨ ਜੋ ਕਿਸੇ ਦੇ ਅੰਦਰ ਵੀ ਸਰੀਰ ਪੈਦਾ ਕਰਦਾ ਹੈ। ਪੌਬ ਪੁਰਾਣਾ ਮਨੁੱਖ ਅਤੇ ਨਵਾਂ, ਇਹ ਸਰੀਰ ਦੇ ਕੰਮ ਹਨ ਅਤੇ ਇਹਨਾਂ ਨੂੰ ਕਈ ਕਿਸਮਾਂ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਕਾਮਕਤਾ ਨਾਲ ਸੰਬੰਧਿਤ ਪਾਪ। ਨੰਬਰ 1, ਕਾਮਕਤਾ ਨਾਲ ਸੰਬੰਧਿਤ ਪਾਪ। ਸਭ ਤੋਂ ਪਹਿਲਾਂ 4 ਪਹਿਲੇ ਪਾਪ ਜੋ ਹਨ, ਇਹ ਕਾਮਕਤਾ ਨਾਲ ਜੁੜੇ ਹੋਏ ਪਾਪ ਹਨ। ਇੱਥੇ ਬਚਨ ਵਿੱਚ ਲਿਖਿਆ ਹੈ 19 ਐਤ ਦੇ ਵਿੱਚ, ਹੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ। ਉਹ ਇਹ ਹਨ ਹਰਾਮਕਾਰੀ, ਗੰਦਮੰਦ, ਲੁੱਚਾਪੁਣਾ। ਇਹਦਾ ਸਭ ਦਾ ਸੰਬੰਧ ਕਾਮਕਤਾ ਨਾਲ ਸੰਬੰਧਿਤ ਪਾਪ ਦੇ ਨਾਲ ਹੈ। ਦੂਸਰਾ, ਆਤਮਿਕ ਪਾਪ। ਬਹੁਤ ਹੈਰਾਨੀ ਵਜੋਂ ਦੂਸਰੀ ਗੱਲ, ਕੁਝ ਆਤਮਿਕ ਪਾਪ ਵੀ ਹਨ। ਮੂਰਤੀ ਪੂਜਾ ਅਤੇ ਜਾਦੂਗਰੀ ਆਪਣੇ ਸੁਭਾਅ ਵਿੱਚ ਧਾਰਮਿਕ ਹਨ। ਬਾਈਬਲ ਆਖਦੀ ਹੈ ਪੁਰਾਣੇ ਸੁਭਾਅ ਲਈ ਆਪਣੇ ਆਪ ਨੂੰ ਧਾਰਮਿਕ ਖੇਤਰ ਦੇ ਵਿੱਚ ਭਾਵ ਮੂਰਤੀ ਪੂਜਾ ਅਤੇ ਜਾਦੂਗਰੀ ਦੇ ਵਿੱਚ ਪ੍ਰਗਟ ਕਰਨਾ ਵੀ ਸੰਭਵ ਹੈ। ਨੰਬਰ 3, ਆਪਣੇ ਆਪ ਉੱਤੇ ਕੇਂਦਰਿਤ ਪਾਪ। ਤੀਸਰੀ ਕਿਸਮ ਜਿਸ ਨੂੰ ਅਸੀਂ ਆਪਣੇ ਆਪ ਉੱਤੇ ਕੇਂਦਰਿਤ ਪਾਪ ਆਖ ਸਕਦੇ ਹਾਂ ਜਾਂ ਫਿਰ ਖੁਦਗਰਜੀ ਵਾਲੇ ਪਾਪ, ਉਹ 8 ਹਨ। ਉਹਨਾਂ ਦੇ ਬਾਰੇ ਪੜ੍ਹੋ ਅਤੇ ਆਪ ਵੇਖ ਸਕਦੇ ਹੋ। ਇਹ ਸਭ ਆਪਣੇ ਆਪ ਨੂੰ ਜੋ ਹੋਰਨਾਂ ਨੂੰ ਪ੍ਰਗਟ ਕਰਨ ਵਾਲੇ ਹਨ। ਇਸ ਵਿੱਚ ਲਿਖਿਆ ਹੈ ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਪਤਾਂ, ਖਾਰ। ਇਹ ਸਭ ਆਪਣੇ ਆਪ ਉੱਤੇ ਕੇਂਦਰਿਤ ਪਾਪ ਹਨ। ਚੌਥਾ ਨੰਬਰ, ਸਮਾਜ ਨਾਲ ਜੁੜੇ ਹੋਏ ਪਾਪ। ਚੌਥੀ ਗੱਲ, ਕੁਝ ਸਮਾਜ ਨਾਲ ਜੁੜੇ ਹੋਏ ਪਾਪ ਹਨ, ਜਿਵੇਂ ਕਿ ਬਦਮਸਤੀਆਂ ਅਤੇ ਨਸ਼ੇ, ਬਦਮਸਤੀਆਂ ਅਤੇ ਇਸੇ ਤਰ੍ਹਾਂ ਦੇ ਕੁਝ ਹੋਰ ਪਾਪ, ਜਿਵੇਂ ਕਿ ਕਤਲ। ਹੁਣ ਇਸ ਸੂਚੀ ਉੱਤੇ ਗੌਰ ਕਰੋ ਅਤੇ ਆਪ ਵੇਖੋਗੇ ਕਿ ਇੱਕ ਸਰੀਰ ਕਿਰਿਆ ਕੁਝ ਪੈਦਾ ਕਰ ਸਕਦਾ ਹੈ। ਇਹ ਸਰੀਰ ਦੇ ਕੰਮ ਹਨ ਹਰਾਮਕਾਰੀ, ਗੰਦਮੰਦ, ਮੂਰਤੀ ਪੂਜਾ, ਈਰਖਾ, ਝਗੜੇ, ਖਾਰ। ਇਹ ਸਭ ਪਾਪ ਦਾ ਪ੍ਰਗਟਾਵਾ ਹੈ। ਜੇਕਰ ਆਪ ਇਸ ਦੇ ਨਾਲ ਇੱਕ ਹੋਰ ਸੂਚੀ ਨੂੰ ਜੋੜਨਾ ਚਾਹੋ ਤਦ ਆਪ ਮਰਕਜ਼ ਦੀ ਅੰਜੀਲ 7 ਅਧਿਆਇ ਉਸ ਦੀ 20 ਅਤੇ 23 ਐਤ ਨੂੰ ਜੋੜ ਸਕਦੇ ਹੋ। ਆਪ ਇਹਨਾਂ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਨੂੰ ਜੋੜ ਸਕਦੇ ਹੋ ਜਿਵੇਂ ਕਿ ਬੁਰੇ ਵਿਚਾਰ, ਚੋਰੀ, ਧੋਖਾ, ਲੋਭ, ਬੁਰੀ ਨਜ਼ਰ, ਘਮੰਡ ਅਤੇ ਮੂਰਖਤਾ। ਇਹ ਚੀਜ਼ਾਂ ਕੀ ਹਨ? ਇਹ ਅੱਛੇ ਗੁਣ ਨਹੀਂ ਹਨ। ਇਹ ਬੁਰੀਆਂ ਚੀਜ਼ਾਂ ਹਨ ਜੋ ਕਿ ਸਰੀਰ ਪੁਰਾਣਾ ਸੁਭਾਅ ਪੈਦਾ ਕਰਦਾ ਹੈ। ਹੁਣ ਗਲਾਤੀਆਂ 5 ਅਧਿਆਏ ਦੇ ਵਚਨ ਆਖਦੇ ਹਨ ਕਿ ਜਦੋਂ ਇੱਕ ਮਨੁੱਖ ਮਸੀਹੀ ਬਣ ਜਾਂਦਾ ਹੈ ਤਦ ਉਹ ਆਪਣਾ ਸੁਭਾਅ ਨਹੀਂ ਖੋ ਲੈਂਦਾ। ਉਸ ਦੇ ਵਿੱਚ ਅਜੇ ਵੀ ਪੁਰਾਣਾ ਸੁਭਾਅ ਪਾਇਆ ਜਾਂਦਾ ਹੈ। ਜੋ ਕੁਝ ਵਰਤਦਾ ਹੈ ਉਹ ਇਹ ਹੈ ਕਿ ਮਸੀਹ ਉਸ ਦਾ ਜੀਵਨ ਦੇ ਵਿੱਚ ਆਉਂਦਾ ਹੈ ਅਤੇ ਉਹ ਉਸ ਦੇ ਜੀਵਨ ਵਿੱਚ ਇੱਕ ਨਵਾਂ ਸੁਭਾਅ ਪਾਇਆ ਜਾਂਦਾ ਹੈ। ਫਿਰ ਕੀ ਵਰਤਦਾ ਹੈ ਕਿ ਉਹ ਇੱਕ ਪਵਿੱਤਰ ਯੁੱਧ ਦੇ ਰੂਪ ਵਿੱਚ ਖੜਾ ਹੋ ਜਾਂਦਾ ਹੈ। 17 ਐਤ ਦੇ ਵਚਨ ਆਖਦੇ ਹਨ ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ, ਕਿਉਂ ਜੋ ਇੱਕ ਦੂਜੇ ਦੇ ਇਹ ਵਿਰੁੱਧ ਹਨ, ਤਾਂ ਜੋ ਤੁਸੀਂ ਜੋ ਚਾਹੁੰਦੇ ਹੋ ਨਾ ਕਰੋ। ਡਾਕਟਰ ਹੈਰੀਸਨ, ਜਿਸ ਨੇ ਇਸ ਬਾਈਬਲ ਬਾਣੀ ਦੇ ਭਾਗ ਬਾਰੇ ਲਿਖਿਆ ਹੈ, ਉਸਨੇ ਇਹ ਤਜੀਬ ਕੀਤੀ ਸੀ ਕਿ ਇੱਕ ਲਿਹਾਜ਼ ਨਾਲ ਜੋ ਮਸੀਹ ਹੈ ਉਹ ਦੂਸਰੇ ਲੋਕਾਂ ਨਾਲੋਂ ਕਠਿਨ ਸਮਾਂ ਪਾਉਂਦਾ ਹੈ। ਸਾਡੇ ਵਿੱਚੋਂ ਕੁਝ ਕੁ ਇਹ ਸਮਝਦੇ ਹਨ ਜੇਕਰ ਮੈਂ ਬਚਾਇਆ ਹੋਇਆ ਮਨੁੱਖ ਹਾਂ ਅਤੇ ਮੈਂ ਕੁਝ ਕਰਨਾ ਚਾਹੁੰਦਾ ਹਾਂ ਤਦ ਮੈਂ ਬਸ ਅੱਗੇ ਵਧਦਾ ਹਾਂ ਅਤੇ ਇਸ ਨੂੰ ਕਰ ਦਿੰਦਾ ਹਾਂ। ਪਰ ਇੱਕ ਵਾਰ ਜਦੋਂ ਮੈਂ ਇੱਕ ਮਸੀਹੀ ਬਣ ਗਿਆ ਤਦ ਹੋ ਸਕਦਾ ਹੈ ਕਿ ਕੁਝ ਕਰਨਾ ਚਾਹਾਂ, ਪਰ ਆਤਮਾ ਆਖਦਾ ਹੈ ਨਹੀਂ। ਪਰ ਹੋ ਸਕਦਾ ਹੈ ਕਿ ਮੇਰੇ ਵਿੱਚ ਉਹ ਇੱਛਾ ਅਜੇ ਵੀ ਬਰਕਰਾਰ ਹੋਵੇ। ਇਸ ਤਰ੍ਹਾਂ ਮੇਰੇ ਅੰਦਰ ਇਹ ਯੁੱਧ ਜਾਰੀ ਰਹਿੰਦਾ ਹੈ। ਕੁਝ ਮਸੀਹੀ ਇਹ ਜਾਣਦੇ ਹਨ ਔਰ ਹੈਰਾਨ ਹੁੰਦੇ ਹਨ ਕਿ ਬਾਈਬਲ ਤਾਂ ਇਸ ਤਰ੍ਹਾਂ ਬਾਰੇ ਕੁਝ ਵੀ ਨਹੀਂ ਆਖਦੀ ਅਤੇ ਆਖਦੀ ਹੈ ਕਿ ਇਹ ਸੱਚ ਹੈ। ਆਪ ਇੱਕ ਪਵਿੱਤਰ ਯੁੱਧ ਵਿੱਚ ਆਪਣੇ ਸੁਭਾਅ ਵਿੱਚ ਹੋ ਕੇ ਲੜਨ ਵਿੱਚ ਜੁਟੇ ਹੋ। ਇਹ ਪੁਰਾਣੇ ਸੁਭਾਅ ਅਤੇ ਨਵੇਂ ਸੁਭਾਅ ਵਿੱਚ ਜੋ ਯੁੱਧ ਹੈ ਉਹ ਰੋਮੀਓ ਨੂੰ ਲਿਖੀ ਪੌਲੁਸ ਦੀ ਪੱਤਰੀ ਮੁੱਖ ਵਿਸ਼ਾ ਹੈ। ਕਿ ਆਪ ਨੂੰ ਯਾਦ ਹੈ ਕਿ ਉਸਨੇ 7 ਅਧਿਆਇ ਵਿੱਚ ਕੀ ਆਖਿਆ ਸੀ? ਜਦੋਂ ਮੈਂ ਰੋਮੀਓ ਦੀ ਪੱਤਰੀ 7 ਅਧਿਆਇ ਨੂੰ ਪੜ੍ਹਿਆ, ਮੈਂ ਤਾਂ ਬਸ ਪੌਲੁਸ ਦੇ ਨਾਲ ਆਪਣੀ ਪਛਾਣ ਬਣਾਈ ਸੀ, ਕਿਉਂਕਿ ਰੋਮੀਓ 7 ਅਧਿਆਇ 22 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਮੈਂ ਤਾਂ ਅੰਧਲੇ ਪੁਰਸ਼ ਅਨੁਸਾਰ ਪਰਮੇਸ਼ਰ ਦੇ ਕਾਨੂੰਨ ਵਿੱਚ ਆਨੰਦ ਹੁੰਦਾ ਹਾਂ। ਇਹ ਤਾਂ ਆਮ ਗੱਲ ਹੈ। ਇੱਕ ਮਸੀਹ ਦੀ ਸੁਭਾਵਿਕ ਇੱਛਾ
ਜੇਕਰ ਆਪ ਅੱਜ ਇੱਕ ਮਸੀਹ ਹੋ, ਜੇਕਰ ਆਪ ਜਾਣਦੇ ਹੋ ਕਿ ਯਿਸੂ ਮਸੀਹ ਨੂੰ, ਤਦ ਆਪ ਦੇ ਅੰਦਰ ਪਰਮੇਸ਼ਰ ਨੂੰ ਪਿਆਰ ਕਰਨ ਅਤੇ ਉਸ ਨੂੰ ਖੁਸ਼ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਜਦੋਂ ਆਪ ਰਾਤ ਦੇ ਵਕਤ ਆਪਣੇ ਸਿਰ ਦੇ ਥੱਲੇ ਇੱਕ ਸਿਰਹਾਣਾ ਟਿਕਾਉਂਦੇ ਹੋ ਅਤੇ ਆਪ ਉਹਨਾਂ ਕੁਝ ਗੱਲਾਂ ਬਾਰੇ ਸੋਚਦੇ ਹੋ ਜੋ ਆਪ ਨੇ ਕੀਤੀਆਂ ਹਨ, ਤਦ ਹੋ ਸਕਦਾ ਹੈ ਆਪ ਨੇ ਦਿਨ ਦੇ ਦੌਰਾਨ ਇਹਨਾਂ ਨੂੰ ਪਿੱਛੇ ਪਾਇਆ ਹੋਵੇ ਅਤੇ ਹੋ ਸਕਦਾ ਹੈ ਆਪ ਦੇ ਅੰਦਰ ਇੱਕ ਉਦਾਸੀ ਦੀ ਭਾਵਨਾ ਉਸ ਦੇ ਬਾਰੇ ਹੋਵੇ, ਕਿਉਂਕਿ ਆਪ ਸੱਚਮੁੱਚ ਪਰਮੇਸ਼ਰ ਨੂੰ ਖੁਸ਼ ਕਰਨ ਦੀ ਖੁਆਇਸ਼ ਰੱਖਦੇ ਹੋ। ਮੈਂ ਆਪ ਨੂੰ ਦੱਸ ਸਕਦਾ ਹਾਂ ਕਿ ਆਪ ਦੇ ਦਿਲ ਦੇ ਅੰਦਰ ਮਹਾਨ ਖੁਆਇਸ਼ ਪਰਮੇਸ਼ਰ ਨੂੰ ਖੁਸ਼ ਕਰਨ ਦੀ ਹੈ। ਪਿਆਰੇ ਦਰਸ਼ਕੋ, ਅੱਜ ਅਸੀਂ ਸਿੱਖ ਰਹੇ ਸੀ ਕਿ ਆਤਮਿਕ ਯੁੱਧ ਸਿਰਫ ਬਾਹਰੀ ਯੁੱਧ ਨਹੀਂ ਹੈ, ਬਲਕਿ ਇਹ ਤਾਂ ਅੰਦਰੂਨੀ ਯੁੱਧ ਹੈ, ਜਿਹੜਾ ਕਿ ਅਸੀਂ ਆਪਣੇ ਅੰਦਰ ਲੜਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਵੇਖਿਆ ਕਿ ਮਨੁੱਖ ਨੂੰ ਤਿੰਨ ਪਾਸਿਓਂ ਯੁੱਧ ਲੜਨਾ ਪੈਂਦਾ ਹੈ। ਉਹਨੂੰ ਸ਼ੈਤਾਨ ਦੇ ਨਾਲ ਯੁੱਧ ਲੜਨਾ ਪੈਂਦਾ ਹੈ, ਉਹਨੂੰ ਜਗਤ ਦੇ ਨਾਲ ਯੁੱਧ ਲੜਨਾ ਪੈਂਦਾ ਹੈ ਅਤੇ ਉਹਨੂੰ ਸਰੀਰ ਦੇ ਨਾਲ ਯੁੱਧ ਕਰਨਾ ਪੈਂਦਾ ਹੈ। ਪਰਮੇਸ਼ਰ ਦੀ ਪਵਿੱਤਰ ਬਾਣੀ ਬਾਈਬਲ ਕਹਿੰਦੀ ਹੈ ਕਿ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ। ਕਿਉਂ? ਜੋ ਇਹ ਇੱਕ ਦੂਜੇ ਦੇ ਵਿਰੁੱਧ ਹਨ। ਪਰ ਜੇਕਰ ਤੁਸੀਂ ਆਤਮਾ ਦੀ ਅਗਵਾਈ ਨਾਲ ਚੱਲਦੇ ਹੋ ਤਾਂ ਸ਼ਰਾਂ ਦੇ ਮੁਤਾਹਿਕ ਨਹੀਂ। ਇਹ ਸਾਨੂੰ ਸਰੀਰ ਦੇ ਕੰਮਾਂ ਦੀ ਇੱਕ ਲਿਸਟ ਪ੍ਰਦਾਨ ਕਰਦੀ ਹੈ, ਜਿਵੇਂ ਕਿ ਹਰਾਮਕਾਰੀ, ਗੰਦਮੰਦ, ਲੁੱਚਪਣਾ, ਮੂਰਤੀ ਪੂਜਾ, ਜਾਦੂਗਰੀ, ਵੈਰ, ਝਗੜੇ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿੱਦਤਾਂ, ਖਾਰ, ਨਸ਼ੇਬਾਜ਼ੀਆਂ, ਬਦਮਾਸ਼ੀਆਂ ਵਗੈਰਾ ਵਗੈਰਾ। ਇਹ ਸਾਰੀਆਂ ਗੱਲਾਂ ਸਰੀਰ ਦੇ ਕੰਮ ਗਿਣੀਆਂ ਜਾਂਦੀਆਂ ਹਨ। ਇਹ ਕੰਮ ਕਰਨ ਵਾਲੇ ਪਰਮੇਸ਼ਰ ਦੇ ਅਧਿਕਾਰੀ ਨਹੀਂ ਹੋ ਸਕਦੇ, ਉਹ ਸਵਰਗ ਨਹੀਂ ਜਾ ਸਕਦੇ। ਦੂਜੇ ਪਾਸੇ ਬਾਈਬਲ ਆਤਮਾ ਦੇ ਫਲਾਂ ਦਾ ਜ਼ਿਕਰ ਕਰਦੀ ਹੈ, ਜਿਵੇਂ ਕਿ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮੀ, ਸੰਜਮ। ਹੁਣ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨਾ ਚਾਹੁੰਦੇ ਹਾਂ। ਸਾਡਾ ਆਤਮਿਕ ਯੁੱਧ ਦੇ ਉੱਤੇ ਇਹ ਅਧਿਐਨ ਅੱਗੇ ਵੀ ਜਾਰੀ ਰਹੇਗਾ। ਆਓ ਪ੍ਰਾਰਥਨਾ ਕਰੀਏ। ਸਾਡੇ ਮਹਾਨ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਪ੍ਰਭੂ ਆਪਣੇ ਦਾਸ ਡੇਵਿਡ ਜਰਮਿਆਹ ਦੇ ਜ਼ਰੀਏ ਆਤਮਿਕ ਯੁੱਧ ਦੇ ਬਾਰੇ ਸਿਖਾ ਰਹੇ ਹੋ। ਪ੍ਰਭੂ ਜੀ, ਅੱਜ ਤੱਕ ਅਸੀਂ ਇਹੀ ਗੱਲ ਸਮਝ ਰਹੇ ਕਿ ਸਾਡਾ ਯੁੱਧ ਸ਼ੈਤਾਨ ਦੇ ਨਾਲ ਹੈ, ਜੋ ਕਿ ਬਾਹਰੀ ਤੌਰ ਤੇ ਸਾਡੇ ਤੇ ਆਕਰਮਣ ਕਰਦਾ ਹੈ। ਪਰ ਪ੍ਰਭੂ ਜੀ, ਅੱਜ ਦੇ ਵਚਨਾਂ ਦੇ ਦੁਆਰਾ ਅਸੀਂ ਸਿੱਖਿਆ ਕਿ ਸਾਡਾ ਯੁੱਧ ਨਾ ਸਿਰਫ ਬਾਹਰੀ ਹੈ ਪਰ ਅੰਦਰੂਨੀ ਵੀ ਹੈ। ਸਾਨੂੰ ਆਪਣੇ ਆਪ ਨਾਲ ਵੀ ਲੜਨਾ ਪੈਂਦਾ ਹੈ, ਉਹਨਾਂ ਗੱਲਾਂ ਦੇ ਖਿਲਾਫ ਜਿਹੜੀਆਂ ਪ੍ਰਭੂ ਜੀ ਤੁਹਾਡੀ ਇੱਛਾ ਦੇ ਵਿਪਰੀਤ ਹਨ। ਪ੍ਰਭੂ, ਤੁਸੀਂ ਚਾਹੁੰਦੇ ਹੋ ਕਿ ਅਸੀਂ ਇਸ ਆਤਮਿਕ ਯੁੱਧ ਨੂੰ ਜਿੱਤੀਏ ਔਰ ਤੁਹਾਡੇ ਵਿੱਚ ਪਰਿਪੱਕਵ ਕੀਤੇ ਜਾਈਏ। ਪਿਤਾ, ਸਾਡੇ ਤੇ ਕਿਰਪਾ ਬਖਸ਼ੋ ਤਾਂ ਕਿ ਅਸੀਂ ਇੰਨੀ ਗੂੜੀ ਗੱਲਾਂ ਨੂੰ ਸਮਝ ਸਕੀਏ ਔਰ ਆਪਣੀ ਜ਼ਿੰਦਗੀ 'ਚ ਇਹਨੂੰ ਲਾਗੂ ਕਰ ਸਕੀਏ। ਸਾਡੇ ਜੀਵਨਾਂ ਵਿੱਚ ਪ੍ਰਭੂ ਜੀ ਤੁਹਾਡੇ ਕੰਟਰੋਲ ਲਈ, ਤੁਹਾਡੀ ਸਿੱਖਿਆ ਲਈ ਪ੍ਰਭੂ ਜੀ ਔਰ ਤੁਹਾਡੀ ਦਇਆ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਯਿਸੂ ਨਾਸਰੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।